ਪ੍ਰੋਬਲਮ ਆਈ ਪਾਇਨੀਅਰ ਦੇ ਸੀਡ ਆ 2088 ਉਹਦੇ ਵਿੱਚ ਬਹੁਤ ਜ਼ਿਆਦਾ ਡੈਮੇਜ ਹੋਇਆ। ਗਰਮੀ ਉਸ ਬਰਦਾਸ਼ਤ ਨਾ ਕੀਤੀ, ਹਾਲਾਂਕਿ ਉਹਨਾਂ ਦਿਨਾਂ 'ਚ ਗਰਮੀ ਉਤਨੀ ਨਹੀਂ ਆਈ। ਹਾਈਬ੍ਰਿਡ ਦਾ ਮਤਲਬ ਕੀ ਹੁੰਦਾ ਕਿ ਮੌਸਮ ਨਾਲ ਰਜਿਸਟ ਕਰਨਾ। 20-20 ਹਜ਼ਾਰ ਰੁਪਏ ਦਾ ਬੈਗ ਲਵਣ ਦਾ ਮਤਲਬ ਕੀ ਹੁੰਦਾ ਕਿ ਉਹਦੇ ਸਾਰੀਆਂ ਕੁਆਲਿਟੀਆਂ ਹੋਣੀਆਂ ਚਾਹੀਦੀਆਂ। ਮਤਲਬ 40-38 ਰਾਊਂਡ ਅਬਾਊਟ ਟੈਂਪਰੇਚਰ ਆ ਤੇ ਉਹ ਬਰਦਾਸ਼ਤ ਨਹੀਂ ਕਰ ਸਕੇ। ਉਹਨਾਂ ਦਾ ਸਭ ਤੋਂ ਜ਼ਿਆਦਾ ਡੈਮੇਜ ਹੋਇਆ ਪਾਇਨੀਅਰ ਦਾ 2088 ਤੇ ਦੂਸਰੀ ਵੈਰਾਈਟੀ ਆਈ 1429। ਉਹ ਵੈਰਾਈਟੀ ਪੈਦਾਵਾਰ ਦੀ ਵੈਸੇ ਬਿਲਕੁਲ ਬਾਦਸ਼ਾਹੀ, ਇਹਦੇ 'ਚ ਕੋਈ ਨਹੀਂ ਸ਼ੱਕ, ਮੈਂ ਖੁਦ ਲਾਈ ਹੋਈ ਹੈ, ਲੇਕਿਨ ਉਹਦੀਆਂ ਵੀ ਬਾਹਰੋਂ ਜਿਹੜੀਆਂ ਬਾਉਂਡਰੀ ਦੀਆਂ 4-4 5-5 ਲਾਈਨਾਂ ਹਨ ਉਹ ਡਿਸਟਰਬ ਹੋਈਆਂ। ਬਿਲਕੁਲ। अस्सलाम वालेकुम दोस्तों, अपना चैनल पीके यूट्यूब चैनल 'ਚ खुश आमदीद दोस्तों। ਅੱਜ ਅਸੀਂ ਮੌਜੂਦ ਹਾਂ ਜ਼ਿਲ੍ਹਾ ਫੈਸਲਾਬਾਦ, ਤਹਿਸੀਲ ਤਾਂਦਲਿਆਂ ਵਾਲਾ। ਅਹਿਮਦ ਸਈਦ ਤੂਰ ਸਾਹਿਬ ਸਾਡੇ ਨਾਲ ਮੌਜੂਦ ਨੇ। ਅੱਜ ਸਪੈਸ਼ਲੀ ਵੀਡੀਓ ਕਰ ਰਹੇ ਹਾਂ ਜੀ ਇਹ ਮਕਈ ਦੇ ਉੱਤੇ ਕਿ ਮਕਈ ਦਾ ਅੱਗੋਂ ਕੀ ਮੁਸਤਕਬਲ ਨਜ਼ਰ ਆ ਰਿਹਾ ਹੈ। ਮਾਸ਼ਾਅੱਲਾ ਇਹ ਮਕਈ ਦੇ ਵੀ ਕਾਫੀ ਵੱਡੇ ਫਾਰਮਰ ਨੇ, ਮਕਈ ਵੀ ਕਾਫੀ ਏਕੜ ਦੇ ਵਿੱਚ ਕਾਸ਼ਤ ਕਰਦੇ ਨੇ। ਬਾਕੀ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਜੀ। अस्सलाम वालेकुम जी। ਵਾਸਲਾਮ। अहमद सईद साहब की हाल है? ठीक ठाक हो? ਫਸਟ ਕਲਾਸ ਦੁਆਈ, ਤੁਸੀਂ ਸੁਣਾਓ ਠੀਕ ਹੋ ਭਾਈਜਾਨ? ਅੱਲਾ ਦਾ ਕਰਮ। ਅੱਛਾ ਜੀ ਤੂਰ ਸਾਹਿਬ, ਮਕਈ ਦਾ ਕੀ ਮੁਸਤਕਬਲ ਫਿਰ ਨਜ਼ਰ ਆ ਰਿਹਾ ਤੇ ਕਿੰਨੇ ਏਕੜ ਤੁਸੀਂ ਮਕਈ ਕਾਸ਼ਤ ਕੀਤੀ? ਮੱਕੀ ਜੀ ਆਪਣੇ ਕੋਲ ਅਲਹਮਦੁਲਿਲਾ 27 ਏਕੜ ਹੈ ਜੀ ਤੇ ਮੁਸਤਕਬਲ ਜਿਹੜਾ ਮੱਕੀ ਦਾ ਹੈ ਜੀ, ਉਹ ਕੁਝ ਮੱਕੀ ਤਾਂ ਥੋੜੀ ਜਿਹੀ ਡਿਟੇਲ ਨਾਲ ਦੱਸ ਦੇਣਾ। ਜੀ ਜੀ। ਕੁਝ ਮੱਕੀ ਜਿਹੜੀ ਹੈ ਮੌਸਮੀ ਤੇ ਬਹਾਰੀਆ 'ਚ ਫਰਕ ਹੁੰਦਾ ਹੈ। ਹੂੰ ਬਹਾਰੀਆ ਜ਼ਿਆਦਾ ਰਕਬੇ ਤੇ ਮੱਕੀ ਲੱਗਦੀ ਹੈ ਕਿਉਂਕਿ ਪਾਕਿਸਤਾਨ ਵਿੱਚ ਜ਼ਿਆਦਾ ਵੱਡੀ ਫਾਰਮਿੰਗ ਜਿਹੜੀ ਹੈ ਉਹ ਠੇਕੇਦਾਰਾਂ ਕੋਲ ਹੈ। ਹੂੰ ਤੇ ਠੇਕੇਦਾਰ ਜਿਹੜੇ ਹਨ ਉਹ ਬਹਾਰੀਆ ਨੂੰ ਪ੍ਰੈਫਰ ਕਰਦੇ ਨੇ ਕਿਉਂਕਿ ਆਲੂ ਤੋਂ ਬਾਅਦ ਉਹ ਲਾਉਂਦੇ ਤੇ ਉਸ ਤੋਂ ਬਾਅਦ ਮੌਸਮੀ ਮੱਕੀ ਉਹ ਨਹੀਂ ਲਾਉਂਦੇ, ਉਹ ਜਾ ਕੇ ਲਾਉਂਦੇ ਨੇ ਮੁੰਜੀ, ਕਿਉਂਕਿ ਮੁੰਜੀ ਤੇ ਆਲੂ ਬਿਹਤਰ ਪਰਫਾਰਮ ਕਰ ਜਾਂਦਾ ਹੈ। ਸੋ ਮੌਸਮੀ ਮੱਕੀ ਜਿਹੜੀ ਹੈ ਇਹ ਮੁਖਤਲਿਫ ਇਲਾਕਿਆਂ 'ਚ ਟੁਕੜਿਆਂ 'ਚ ਲੱਗਦੀ ਹੈ, ਉਤਨੇ ਏਕੜ ਨਹੀਂ ਲੱਗਦੀ ਜਿਤਨੇ ਏਕੜ ਬਹਾਰੀਆ ਲੱਗਦੀ। ਬਿਲਕੁਲ। ਅੱਛਾ ਤੇ ਕੁਝ ਪਿੱਛੇ ਜੇ ਅਸੀਂ ਦੇਖਿਆ ਕਾਫੀ ਫਾਰਮਰਾਂ ਦਾ ਸੀਡ ਵੀ ਕਿਤੇ 2 ਨੰਬਰ ਮਿਲ ਗਿਆ ਤੇ ਮਕਈ ਦੇ ਵਿੱਚ ਦਾਣਾ ਨਹੀਂ ਪਿਆ, ਤੇ ਆਪਣੇ ਨਾਲ ਵੀ ਕੋਈ ਇਹਦਾ ਸੀਨ ਪਾੜ ਬਣਿਆ? ਜੀ ਉਹ ਬਹਾਰੀਆ ਮੱਕੀ 'ਚ ਪ੍ਰੋਬਲਮ ਆਈ ਪਾਇਨੀਅਰ ਦੇ ਸੀਡ ਆ 2088 ਉਹਦੇ 'ਚ ਬਹੁਤ ਜ਼ਿਆਦਾ ਡੈਮੇਜ ਹੋਇਆ। ਗਰਮੀ ਉਸ ਬਰਦਾਸ਼ਤ ਨਾ ਕੀਤੀ, ਹਾਲਾਂਕਿ ਉਹਨਾਂ ਦਿਨਾਂ 'ਚ ਗਰਮੀ ਉਤਨੀ ਨਹੀਂ ਆਈ। ਹਾਈਬ੍ਰਿਡ ਦਾ ਮਤਲਬ ਕੀ ਹੁੰਦਾ ਕਿ ਮੌਸਮ ਨਾਲ ਰਜਿਸਟ ਕਰਨਾ। 20-20 ਹਜ਼ਾਰ ਰੁਪਏ ਦਾ ਬੈਗ ਲਵਣ ਦਾ ਮਤਲਬ ਕੀ ਹੁੰਦਾ ਕਿ ਉਹਦੇ ਸਾਰੀਆਂ ਕੁਆਲਿਟੀਆਂ ਹੋਣੀਆਂ ਚਾਹੀਦੀਆਂ। ਮਤਲਬ 40-38 ਰਾਊਂਡ ਅਬਾਊਟ ਟੈਂਪਰੇਚਰ ਆ ਤੇ ਉਹ ਬਰਦਾਸ਼ਤ ਨਹੀਂ ਕਰ ਸਕੇ। ਉਹਨਾਂ ਦਾ ਸਭ ਤੋਂ ਜ਼ਿਆਦਾ ਡੈਮੇਜ ਹੋਇਆ ਪਾਇਨੀਅਰ ਦਾ 2088 ਤੇ ਦੂਸਰੀ ਵੈਰਾਈਟੀ ਆਈ 1429। ਉਹ ਵੈਰਾਈਟੀ ਪੈਦਾਵਾਰ ਦੀ ਵੈਸੇ ਬਿਲਕੁਲ ਬਾਦਸ਼ਾਹੀ, ਇਹਦੇ 'ਚ ਕੋਈ ਨਹੀਂ ਸ਼ੱਕ, ਮੈਂ ਖੁਦ ਲਾਈ ਹੋਈ ਹੈ, ਲੇਕਿਨ ਉਹਦੀਆਂ ਵੀ ਬਾਹਰੋਂ ਜਿਹੜੀਆਂ ਬਾਉਂਡਰੀ ਦੀਆਂ 4-4 5-5 ਲਾਈਨਾਂ ਹਨ ਉਹ ਡਿਸਟਰਬ ਹੋਈਆਂ। ਹੁਣ ਮੌਸਮੀ ਮੱਕੀ ਹੈ, ਮੌਸਮੀ ਮੱਕੀ ਵੈਸੇ ਘੱਟ ਲੱਗਦੀ ਹੈ ਤੇ ਇਸ ਦਫਾ ਤਾਂ ਇੰਤਹਾਈ ਹੀ ਘੱਟ ਲੱਗੀ ਹੈ ਕਿ ਉਹਦੇ ਇੱਕ ਮੈਂ ਤੁਹਾਨੂੰ ਜ਼ਿੰਦਾ ਮਿਸਾਲ ਦੇ ਦੇਣਾ ਕਿ ਜਿਹੜਾ ਡਿਕਾਲਾ ਮਨਸੈਂਟੋ ਵਾਲਿਆਂ ਦਾ ਬੀਜ ਹੈ 8148, ਇੱਕ ਮੌਸਮੀ ਮੱਕੀ ਦਾ ਜਿਹੜੀ ਮੱਕੀ ਆ ਲੱਗੀ ਹੈ ਜੀ ਜੀ, ਉਹ ਪਿਛਲੇ ਸਾਲ 25-25 ਹਜ਼ਾਰ ਰੁਪਏ ਦਾ ਬੈਗ ਵਿਕਦਾ, ਮੈਂ ਆਪਣੀ ਅੱਖੀ ਨਾਲ ਵੇਖਿਆ। ਤੇ ਉਹੀ ਬੈਗ ਇਸ ਸਾਲ ਲੋਕਾਂ ਨੇ ਐਡਵਾਂਸ ਪੈਸੇ ਦੇ ਕੇ ਬੁੱਕ ਕਰਵਾ ਕੇ ਲੈ ਲਿਆ 17,500 18,000 ਜਿੱਥੇ ਕੋਈ ਫਸ ਗਿਆ। ਅੱਛਾ। ਫਿਰ ਉਹ ਬੀਜ ਨੂੰ ਮੈਂ ਵੇਖਿਆ ਹੈ ਕਿ ਉਹ ਵਾਪਸ 14,000 ਤੱਕ ਵਿਕਦਾ ਉੱਤੇ। ਇਹਦਾ ਮਤਲਬ ਕੀ ਹੈ ਕਿ ਤੁਹਾਡੀ ਮੱਕੀ ਲੱਗੀ ਨਹੀਂ। ਜਿਹੜੀ ਕੋ ਤੁਹਾਡੀ ਥੋੜੀ ਬਹੁਤੀ ਮੱਕੀ ਲੱਗੀ ਆਈ, ਮਤਲਬ ਦਰਿਆ ਰਾਵੀ ਦੇ ਪੇਟ 'ਚ ਲੱਗਦੀ ਆਈ, ਸਤਲੁਜ ਦੇ ਪੇਟ 'ਚ ਲੱਗਦੀ ਆਈ, ਚਨਾਬ ਦੇ ਪੇਟ 'ਚ ਲੱਗਦੀ, ਉਹ ਤੁਹਾਡੇ ਸਾਹਮਣੇ ਸਿਲਾਬੀ ਸੂਰਤ-ਏ-ਹਾਲ ਪਿਛਲੇ 1-1.5 ਮਹੀਨੇ ਤੋਂ ਚੱਲਦੀ ਪਈ। ਉਹ ਸਾਰੇ ਖੇਤ ਤੁਹਾਡੇ ਚਲੇ ਗਏ ਤੇ ਜਿਹੜੀ ਸਾਡੇ ਕੋਲ ਲੱਗਦੀ ਆਈ ਉਹ ਵੀ ਥੋੜੀ ਲੱਗੀ। ਉਹਦੀ ਥੋੜੀ ਲੱਗਣ ਦੀ ਇੱਕ ਹੀ ਵਜ੍ਹਾ ਹੈ ਕਿ ਜਦੋਂ ਤੁਹਾਡਾ ਸੀਡ ਜਿਹੜਾ ਹੈ 25,000 ਵਾਲਾ 14,000 ਤੇ ਆ ਗਿਆ ਤੇ ਇਹਦਾ ਮਤਲਬ ਕੀ ਹੋਇਆ ਕਿ ਮੱਕੀ ਮਾਰਕੀਟ 'ਚ ਲੱਗੀ ਕੋਈ ਨਹੀਂ ਫੀਲਡ 'ਚ, ਕਿਉਂਕਿ ਜ਼ਿਮੀਦਾਰ ਨੇ ਜ਼ੇਨ ਬਣਾਇਆ ਹੋਇਆ। ਅਸਲ ਜੀ ਜਿਹੜੇ ਉਹ ਬੈਠੇ ਹੁੰਦੇ ਨੇ ਪਲਾਨਰ, ਉਹ ਸੈਲਰੀ ਇਸੇ ਗੱਲ ਦੀ ਲੈਂਦੇ ਨੇ ਕਿ ਪਲਾਨ ਕਰਕੇ ਉਹ ਦਿੰਦੇ ਨੇ, ਲੋਕਾਂ ਨੂੰ ਮੋਟੀਵੇਟ ਕਰਦੇ ਨੇ। ਤੁਸੀਂ ਵੇਖੋ ਅਗਰ ਮੰਡੀਆਂ ਦੇ ਰੇਟ ਚੁੱਕ ਕੇ ਤੇ ਜਦੋਂ ਪਨੀਰੀਆਂ ਲੱਗਣ ਦਾ ਟਾਈਮ ਆ, ਮੁੰਜੀ ਦੀ ਪਨੀਰੀ ਦੀ ਲੱਗਣ ਦਾ ਟਾਈਮ, ਉਹਨਾਂ ਦਿਨਾਂ ਦੇ ਅਗਰ ਤੁਸੀਂ ਮੰਡੀਆਂ ਦੇ ਰੇਟ ਚੁੱਕ ਕੇ ਵੇਖੋ ਤਾਂ 6,000 ਤੋਂ ਕਦੀ ਵੀ ਤੁਹਾਨੂੰ ਮੁੰਜੀ ਦਾ ਰੇਟ ਥੱਲੇ ਨਜ਼ਰ ਨਾ ਆਉਸੇ। ਉਹਦੀ ਵਜ੍ਹਾ ਕੀ ਆਈ ਕਿ ਬ੍ਰੇਨ ਵਾਸ਼ ਕੀਤਾ ਜਾਂਦਾ ਪਿਆ ਕਿ ਮੁੰਜੀ ਦਾ ਮੁਸਤਕਬਲ ਬੜਾ ਬ੍ਰਾਈਟ ਹੈ, ਮੁੰਜੀ ਲਾਓ ਮੁੰਜੀ ਲਾਓ। ਤੇ ਵੈਦ ਇਸ ਦਫਾ ਪੂਰੇ ਪਾਕਿਸਤਾਨ ਵਿੱਚੋਂ ਮੈਂ ਗਰੰਟੀ ਨਾਲ ਇਹ ਗੱਲ ਆਖ ਸਕਣਾ, ਕੰਪਨੀਆਂ ਸਾਰੀਆਂ ਕੋਲ ਸੀਡ ਮੁੱਕ ਗਏ ਮੁੰਜੀ ਦੇ। ਫਾਰਮਰ ਜਿਹੜੇ ਆਣ ਉਹ ਪਿੰਡਾਂ ਹੀ ਟੁਰੇ, ਪਿੰਡਾਂ ਹੀ ਚੋਂ ਉਹਨਾਂ ਜਨਾਬ ਆਉਣ, ਜਿਵੇਂ ਕਿਸੇ ਨੂੰ ਲੱਭਾ, ਕਿਸੇ ਆਖਿਆ ਜੀ ਮੇਰੇ ਕੋਲ 1509 ਹੈ, ਕਿਤਨੇ ਦੀ ਇਤਨੇ ਦੀ, ਇਸ ਤਰ੍ਹਾਂ ਲੋਕਾਂ ਬੀ ਲਾ ਕੇ ਤੇ ਮੁੰਜੀ ਲਾਈ, ਕਿਉਂਕਿ ਉਹ ਬ੍ਰੇਨ ਵਾਸ਼ ਹੋ ਗਿਆ ਹੋਇਆ ਕਿ ਮੁੰਜੀ 6,6500 ਹੈ, ਲਿਆਜ਼ਾ ਮੁੰਜੀ ਲਾਵੀਏ। ਇਹ ਵੀ ਵਜ੍ਹਾ ਵੱਡੀ ਹੈ ਮੱਕੀ ਦੇ ਨਾ ਲੱਗਣ ਦੀ। ਹਾਂ ਤੇ ਮਕਈ ਦਾ ਹੁਣ ਤੁਹਾਨੂੰ ਕੀ ਨਜ਼ਰ ਆ ਰਿਹਾ ਵਾ? ਰੇਟ ਮਿਲੇਗਾ ਜਾਂ ਪਿਛਲੇ ਸਾਲ ਵਰਗਾ ਹੀ ਹੋਏਗਾ? ਫਿਰ ਮੱਕੀ ਦੇ ਸਭ ਤੋਂ ਵੱਡੀ ਜੀ ਅਲਮੀਆਂ ਇਹ ਹੈ ਕਿ ਜਿਹੜੇ ਜਿਸ ਚੀਜ਼ ਫਾਰਮਰ ਕੋਲ ਹੁੰਦੀ ਉਸੇ ਰੇਟ ਕੋਈ ਨਹੀਂ ਹੁੰਦਾ। ਜਿਸ ਫਾਰਮਰ ਦੇ ਹੱਥੋਂ ਨਿਕਲ ਜਾਂਦੀ ਹੈ ਉਸ ਰੇਟ ਹੀ ਰੇਟ ਹੁੰਦੇ। ਤੁਸੀਂ ਰੀਸੈਂਟ ਪਿਛਲੇ 15-20 ਦਿਨਾਂ ਨਾਲ ਅਗਰ ਵੇਖੋ ਤਾਂ ਜਿਹੜੀ ਬਾਰੀਆ ਮੱਕੀ ਸਟੋਰ ਹੋਈ ਹੋਈ ਹੈ, ਬਾਰੀਆ ਮੱਕੀ 42, 44, 4500 ਨੂੰ ਵੀ ਗਈ ਹੈ।
ਅੱਛਾ ਅੱਜ ਵੀ ਬਾਰੀਆ ਮੱਕੀ ਦਾ ਰੇਟ 3600 3800 ਰੁਪਈਆ ਹੈ। ਲੇਕਿਨ ਫਾਰਮਰ ਵਿਚਾਰੇ ਕੋਲ ਤਾਂ ਕੋਈ ਨਹੀਂ, ਫਾਰਮਰ ਦੀ ਤਾਂ ਵਿਕੀ 1800 ਤੋਂ 2200 ਦੇ ਦਰਮਿਆਨ 1800 ਤੋਂ ਕਮਾ ਤਾਂ ਗਿਆ ਉਹਦੇ ਚ ਮਿਡਲਮੈਨ। ਰਹੀ ਗੱਲ ਇਸ ਮੱਕੀ ਦੀ, ਇਹ ਵੈਸੇ ਹੀ ਥੋੜੀ ਲੱਗੀ ਹੋਈ ਹੈ। ਬਾਰੀਆ ਦਾ ਤੁਹਾਡਾ ਇੱਕ ਗੈਪ ਚੱਲਦਾ ਪਿਆ, ਕਿਉਂਕਿ ਅਗਰ ਰੇਟ ਉੱਤੇ ਜਾਂਦੇ ਪੈਣ ਤੇ ਜ਼ਾਹਰੀ ਬਾਤ ਹੈ ਸਪਲਾਈ ਡਿਮਾਂਡ 'ਚ ਫਰਕ ਹੈ, ਡਿਮਾਂਡ ਜ਼ਿਆਦਾ ਹੈ ਸਪਲਾਈ ਥੋੜੀ ਹੈ, ਇਸ ਵਜ੍ਹਾ ਨਾਲ ਰੇਟ ਬਿਹਤਰ ਹੈ। ਅੱਗੂ ਆ ਗਈ ਦੂਸਰੀ ਫਸਲ, ਸਾਲ ਹੀ 2 ਹੀ ਫਸਲਾਂ ਬਾਰੀਆ ਮੌਸਮੀ, ਇਹ ਫਸਲ ਆ ਗਈ ਵੈਸੇ ਥੋੜੀ ਲੱਗੀ, ਬਾਕੀ ਦਰਿਆਈ ਪੇਟ ਦੀ ਜਿਤਨੀ ਫਸਲ ਆਈ ਉਹ ਵੈਸੇ ਲੋੜ ਗਈ। ਬਾਕੀ ਜਿਹੜੇ ਟੁਕੜੀਆਂ ਬਚੀਆਂ ਹੋਈਆਂ ਇਹ ਪਿਛਲੇ 2 ਦਿਨ ਦੇ ਤੂਫਾਨੀ ਬਾਰਿਸ਼ਾਂ ਜ਼ਾਲਾਬਾਰੀ ਨੇ ਤਬਾਹੀ ਬਰਬਾਦੀ ਕਰ ਦਿੱਤੀ ਹੈ, ਸਫਾਂ ਬਣਾਤੀਆਂ। ਅਲਹਮਦੁਲਿਲਾ ਇਹ ਤਾਂ ਸਾਡੇ ਕੋਲ ਅੱਲਾ ਦਾ ਖਾਸ ਕਰਮ ਹੋਇਆ ਜੀ, ਮੱਕੀ ਤੁਹਾਡੇ ਸਾਹਮਣੇ ਹੈ। ਅੱਲਾਹ ਤਾਲਾ ਕਿੰਨੀਆਂ ਦੁਆਵਾਂ ਕਬੂਲ ਕੀਤੀਆਂ, ਇਹ ਸਾਡੀ ਮੱਕੀ ਬਚ ਗਈ ਹੈ। ਬਾਕੀ ਗੰਨੇ ਸ਼ਨੇ ਤੁਹਾਡੇ ਵੇਖੇ ਹੀ ਹਨ। ਇਹ ਐਮ ਸਾਹਿਬ ਇਹ ਕੀ ਵਜ੍ਹਾ ਬਣੀ, ਮਤਲਬ ਗੰਨਾ ਲੰਮੇ ਪੈ ਗਿਆ ਤੇ ਮਕਈ ਇਹ ਜਿਹੜੀ ਤਕਰੀਬਨ ਇਹ ਸਗੋਂ ਨਰਮ ਹੋ ਜਾਂਦਾ ਗੰਨੇ ਨਾਲੋਂ, ਇਹ ਇੱਧਰ ਇਹ ਕੋਈ ਨਹੀਂ ਲੰਮੇ ਪਈ ਇਹਦੇ। ਬਸ ਜੀ ਅੱਲਾਹ ਤਾਲਾ ਦੀ ਖਾਸ ਕਰਮ ਨਵਾਜ਼ੀ। ਇਹੋ ਮਕਈਆਂ ਲੋਕਾਂ ਦੀਆਂ ਵੀਡੀਓਜ਼ 'ਚ ਆਪਾਂ ਰੋਜ਼ ਹੀ ਵੇਖਦੇ ਪਿਆ, ਟੁੱਟੀਆਂ ਪਈਆਂ ਲੰਮੀਆਂ ਹੋ ਗਈਆਂ, ਲੇਕਿਨ ਅੱਲਾਹ ਸੋਹਣੇ ਦੀ ਖਾਸ ਕਰਮ ਨਵਾਜ਼ੀ ਸਾਡੇ ਇਸ ਇਲਾਕੇ ਤੇ ਆਈ, ਸਾਡੇ ਕੋਲ ਮੱਕੀਆਂ ਬਚ ਗਈਆਂ। ਤੇ ਇਸ ਮੱਕੀ ਦਾ ਫਿਊਚਰ ਜਿਹੜਾ ਹੈ ਜੀ ਦਾਣੇ ਬਹੁਤ ਇਸ ਵਾਰੀ ਸੈਲਜ ਨੇ ਬਹੁਤ ਮੱਕੀ ਚੁੱਕੀ। ਪਾਕਿਸਤਾਨ ਇਹ ਸਭ ਤੋਂ ਜ਼ਿਆਦਾ ਸੈਲਜ ਪ੍ਰੈਫਰ ਕਰਦਾ ਹੈ ਮੌਸਮੀ ਮੱਕੀ ਨੂੰ, ਕਿਉਂਕਿ ਇਹਦੇ ਤੇ ਖਰਚਾ ਥੋੜਾ ਹੁੰਦਾ ਹੈ ਤੇ ਇਹ ਥੋੜੇ ਪੈਸੇ ਨਾਲ ਲੱਭ ਜਾਂਦੀ। ਇੰਜੀ ਗੱਲ ਉੱਤੋਂ ਪੈ ਗਿਆ ਜੀ ਹਨੇਰ, ਰੰਦੀ ਕਸਰ ਰੋਸ ਕਾਰਡ ਛੱਡੀ। ਹੁਣ ਉਹ ਆਉਣੇ ਪੌਣੇ ਦਮ ਸੈਲਜ 2-2 ਲੱਖ ਰੁਪਏ ਦਾ ਵੀ ਕਿੱਲਾ ਵਿਕਿਆ, ਪੌਣੇ 2-2 ਲੱਖ ਰੁਪਏ ਦਾ ਵੀ, 1.5 ਲੱਖ ਰੁਪਏ ਦਾ। ਹੁਣ ਜਦੋਂ ਡਿੱਗ ਪਈ ਹੈ ਤੇ ਹੁਣ ਸਾਡੇ ਉਹ ਕਿਸੇ ਕੰਮ ਨਹੀਂ, ਅਸੀਂ ਉਹਨੂੰ ਮਗਰੂ ਲਾਣਾ ਤੇ ਉਹਦੇ ਨਾਲ ਖੇਤ ਕਟਿੰਦੇ ਜਾਣੇ, ਦਾਣੇ ਵਾਲੇ ਖੇਤ ਬਹੁਤ ਥੋੜੇ ਬਚਣੇ। ਸੋ ਦਾਣੇ ਦਾ ਜਿਹੜਾ ਫਿਊਚਰ ਹੈ ਉਹ ਬਹੁਤ ਬਰਾਈਟ। ਤੁਹਾਨੂੰ ਕਿੰਨਾ ਕੁ ਰੇਟ ਹੋਣਾ ਚਾਹੀਦਾ ਕਿ ਤੁਹਾਡਾ ਇਹਦਾ ਖਰਚਾ ਪੂਰਾ ਹੋ ਸਕਦਾ, ਤੁਹਾਨੂੰ ਕੁਝ ਨਾ ਕੁਝ ਬਚ ਸਕਦਾ ਵਾ ਕਿਸਾਨ ਨੂੰ? ਮਕਈ ਦਾ ਤੁਹਾਡੇ ਖਿਆਲ ਨਾਲ ਕਿੰਨਾ ਕੁ ਰੇਟ ਹੋਣਾ ਚਾਹੀਦਾ? ਮੱਕੀ ਭਾਈਜਾਨ 2700 ਤੋਂ 3000 ਦੇ ਦਰਮਿਆਨ ਹੋਏ ਨਾ, ਤੇ ਉਸ ਤੋਂ ਬਾਅਦ ਵੀ ਅਗਰ ਅਸੀਂ ਰੋਵੀਏ ਤੇ ਫਿਰ ਐਵੇਂ ਰੋਣ ਹੈ। ਮਤਲਬ ਇਹ ਵੀ ਤੁਸੀਂ ਏਕੜ ਵਧਾ ਕੇ ਆਪਦਾ ਮੁਨਾਫਾ ਨਹੀਂ ਵਧਾ ਸਕਦੇ ਹੋ। ਏਕੜਾਂ ਨੂੰ ਘਟਾ ਕੇ ਉਹਨਾਂ ਚੋਂ ਪੈਦਾਵਾਰ ਬਿਹਤਰ ਲੈ ਕੇ, ਬਜਾਏ ਤੁਸੀਂ 10 ਏਕੜ ਲਾ ਕੇ 70 ਮਣ ਪੈਦਾਵਾਰ ਲਓ ਤੇ ਬਜਾਏ 7 ਏਕੜ ਲੈ ਕੇ ਉਹਦੀ 100 ਮਣ ਪੈਦਾਵਾਰ ਲਓ। ਸਾਨੂੰ ਪੈਦਾਵਾਰ ਤੇ ਫੋਕਸ ਕਰਨਾ ਚਾਹੀਦਾ। ਰੇਟ ਤਾਂ ਮਾਰਕੀਟ 'ਚ ਕਦੀ ਘਟ ਗਏ ਕਦੀ ਵੱਧ ਗਏ। ਇਹ 2700 ਤੋਂ 3000 ਦੇ ਦਰਮਿਆਨ ਹੋਵੇ ਤਾਂ ਸਾਨੂੰ ਲਾਸ ਕੋਈ ਨਹੀਂ, ਸਾਨੂੰ ਬਿਹਤਰੀਨ ਰੋਜ਼ੀ ਬੱਚਿਆਂ ਦੀ ਲੱਭ ਜਾਂਦੀ। ਬਿਲਕੁਲ ਜੀ। ਬਾਕੀ ਤੂਰ ਸਾਹਿਬ ਤੁਹਾਨੂੰ ਪਤਾ ਕੋਈ ਵੀ ਜਨਾਸ ਜਦੋਂ ਵਾਫਰ ਹੋਣਾ ਮਾਰਕੀਟ ਦੇ ਵਿੱਚ ਤੇ ਉਹਦੀ ਮੰਗ ਘੱਟ ਹੋਣੀ, ਡਿਮਾਂਡ ਘੱਟ ਹੋਣੀ ਹੈ ਤੇ ਸਪਲਾਈ ਜ਼ਿਆਦਾ, ਉਹਦੇ ਫਿਰ ਤੁਹਾਨੂੰ ਪਤਾ ਆਟੋਮੈਟਿਕ ਰੇਟ ਉਹਦਾ ਘੱਟ ਹੋਣਾ। ਬਿਲਕੁਲ ਇਸੇ ਤਰ੍ਹਾਂ ਜਦੋਂ ਫਿਰ ਡਿਮਾਂਡ ਜ਼ਿਆਦਾ ਹੋ ਜਾਣੀ ਸਪਲਾਈ ਘੱਟ ਹੋ, ਫਿਰ ਆਟੋਮੈਟਿਕ ਰੇਟ ਜ਼ਿਆਦਾ ਹੋ ਜਾਂਦਾ, ਕਿਉਂਕਿ ਜ਼ਿਮੀਂਦਾਰ ਤੁਹਾਨੂੰ ਪਤਾ ਇੰਨਾ ਨਹੀਂ ਮਤਲਬ ਸਟੋਰ ਕਰ ਸਕਦਾ ਕੋਈ ਵੀ ਜਨਾਜ ਜਿਹੜਾ ਨਹੀਂ ਕਰ ਸਕਦਾ। ਉਹ ਇੰਨੀ ਫਸਲ ਨਹੀਂ ਹੁੰਦੀ ਜ਼ਿਮੀਂਦਾਰ ਦੇ, ਉਹਨਾਂ ਅਗਲੀ ਫਸਲ ਵੀ ਲਾਉਣੀ ਹੈ, ਅਗਲੇ ਫਸਲ ਦੇ ਕਈ ਅਖਰਾਜਾਤ ਹੁੰਦੇ ਨੇ ਤੇ ਬਾਕੀ ਫਿਰ ਮਾਫੀਆ ਦੇ ਹੱਥੇ ਨਿਕਲ ਜਾਂਦਾ, ਮੁਖਤਲਿਫ ਆੜਤੀਆਂ ਦੇ ਹੱਥੇ ਆ ਜਾਂਦਾ, ਉਹ ਫਿਰ ਆਪਣੇ ਹਿਸਾਬ ਨਾਲ ਉਹਨਾਂ ਵੀ ਕੁਝ ਆਪਣਾ ਸਾਂਭੀ ਕੀਤੀ ਹੁੰਦੀ ਹੈ। ਜ਼ਾਹਰੀ ਬਾਤ ਉਹਨਾਂ ਦੀ ਵੀ ਇਨਵੈਸਟਮੈਂਟ ਹੈ, ਰਿਸਕ ਲੈਂਦੇ ਦੇਣ ਸਾਂਭ ਦੇਣ, ਫੰਗਸ ਲੱਗ ਸਕਦੀ ਹੈ, ਟਾਈਮ ਲਾਇਆ ਹੁੰਦਾ ਉਹਨਾਂ ਵੀ ਤੇ ਉਹਨਾਂ ਦਾ ਚਲੋ ਥੋੜਾ ਬਹੁਤਾ ਫਿਰ ਹੱਕ ਬਣਦਾ ਹੀ ਹੈ। ਹੁਣ